ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾਂ। ਗੁਰਪੂਰਾ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਗੁਰਪੂਰਾ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਜਹਾਂ ਜਾਈਆ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਹਰ ਗੁਣ ਗਾਵੋ ਸਦਾ ਸੁਭਾਈ, ਮਨ ਚਿੰਦੇ ਸਗਲੇ ਫਲ ਪਾਵੋ। ਜੀ ਕਾ ਸੰਗ ਸਹਾਈ, ਰਹਾਉ ਨਾਰਾਇਣ ਪਰਾਣ ਆਧਾਰਾ। ਹਮ ਸੰਤ ਜਨਾ ਰੇ ਨਾਰਾ, ਪਤਿਤ ਪੁਨੀਤ ਕਰ ਲੀਨੇ। ਕਰ ਕਿਰਪਾ ਹਰ ਜਸ ਦੀਨੇ, ਪਾਰ ਬ੍ਰਹਮ ਕਰੇ ਪ੍ਰਤਪਾਲਾ। ਸਦ ਜੀ ਸੰਗ ਰਖਵਾਲਾ, ਹਰ ਦਿਨ ਰੈਣ ਕੀਰਤਨ ਗਾਈਆ। ਬਹੁੜ ਨਾ ਜੂਨੀ ਪਾਈਆ, ਜਿਸ ਦੇਵੈ ਪੁਰਖ ਬੇਦਾਤਾ। ਹਰ ਰਸ ਤਿਨ ਹੀ ਜਾਤਾ, ਜਮ ਕੰਕਰ ਨੇੜ ਨ ਆਇਆ। ਸੁਖ ਨਾਨਕ ਸ਼ਰਣੀ ਪਾਇਆ, ਜਮ ਕੰਕਰ ਨੇੜ ਨ ਆਇਆ। ਸੁਖ ਨਾਨਕ ਸ਼ਰਣੀ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਸਵਾਰੇ ਸਤਸੰਗੀ ਜਨੋ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਮਤ ਬਖਸ਼ਿਸ਼ ਹੋਈ ਹੈ। ਅੰਮ੍ਰਿਤ ਵੇਲੇ ਤੋਂ ਗਰੀਬ ਨਵਾਜ ਪਾਤਸ਼ਾਹ ਜੀ ਤਖਤ ਸਾਹਿਬ ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਹਨ। ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾਂ ਵਿੱਚ ਆਪ ਜੀਆਂ ਨੇ ਨਿਤਨੇਮ ਬਾਣੀਆਂ ਦੇ ਪਾਠ ਸਰਵਣ ਕੀਤੇ, ਵਾਹਿਗੁਰੂ ਗੁਰਮੰਤਰ ਦੇ ਜਾਪ ਹੋਏ, ਆਸਾ ਦੀ ਵਾਰ ਦਾ ਕੀਰਤਨ ਭਾਈ ਅਸ਼ੋਕ ਸਿੰਘ ਜੀ ਗੰਗਾ ਨਗਰ ਵਾਲੇ ਉਹਨਾਂ ਦੇ ਰਾਗੀ ਜਥੇ ਨੇ ਆਪ ਜੀਆਂ ਨੂੰ ਸਰਵਣ ਕਰਵਾਇਆ ਹੈ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਜੋ ਇਲਾਹੀ ਫਰਮਾਨ ਹੁਕਮਨਾਮੇ ਦੇ ਰੂਪ ਵਿੱਚ ਸਾਨੂੰ ਬਖਸ਼ਿਸ਼ ਕੀਤਾ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਹ ਅੱਜ ਦਾ ਮੁੱਖ ਵਾਕ ਰਾਗ ਸੋਰਠ ਵਿੱਚ ਹੈ।
ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 623 ਅਤੇ 24 ਅੰਗ ਤੇ ਪਾਵਨ ਪਵਿੱਤਰ ਸ਼ਬਦ ਸੁਭਾਇਮਾਨ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਬਖਸ਼ਿਸ਼ ਕਰਕੇ, ਮਤ ਬੁੱਧ ਬਖਸ਼ਿਸ਼ ਕਰਕੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਕਰਵਾ ਲੈਣ। ਕਰੋ ਕਿਰਪਾ ਸਾਧ ਸੰਗਤ, ਮਨ ਦਾ ਟਿਕਾਓ ਤੇ ਇਕਾਗਰਤਾ ਦੀ ਦਾਤ ਮਿਲੇ। ਪਿਆਰ ਸਹਿਤ ਉਚਾਰਨ ਕਰੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਰੋ ਕਿਰਪਾ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਜੋ ਬਖਸ਼ਿਸ਼ ਕਰ ਰਹੇ ਨੇ, ਸ਼ਬਦ ਦਾ ਸਮੁੱਚਾ ਭਾਵ ਰਹਾਉ ਵਾਲੀਆਂ ਇਹਨਾਂ ਪਾਵਨ ਪਵਿੱਤਰ ਪੰਕਤੀਆਂ ਵਿੱਚ ਹੈ। ਹਰ ਗੁਣ ਗਾਵੋ ਸਦਾ ਸੁਭਾਈ, ਮਨ ਚਿੰਦੇ ਸਗਲੇ ਫਲ ਪਾਵੋ, ਜੀ ਕੈ ਸੰਗ ਸਹਾਈ। ਇਹ ਹੈ ਸ਼ਬਦ ਦਾ ਕੇਂਦਰੀ ਭਾਵ, ਰਹਾਉ ਵਾਲੀਆਂ ਪਾਵਨ ਪੰਕਤੀਆਂ। ਅਰਥ ਇਹ ਬਣਦੇ ਨੇ ਕਿ ਹੇ ਭਾਈ, ਹਰੀ ਪਰਮਾਤਮਾ ਦੇ ਗੁਣ ਸਦਾ ਹੀ ਗਾਉਣੇ ਚਾਹੀਦੇ ਨੇ। ਉਸ ਹਰੀ ਪਰਮਾਤਮਾ ਦੇ ਸਦਾ ਹੀ ਗੁਣ ਗਾਉਣੇ ਚਾਹੀਦੇ ਨੇ, ਜਿਹੜਾ ਮਨ ਚਿੰਦੇ ਸਾਨੂੰ ਫਲ ਦਿੰਦਾ ਹੈ ਤੇ ਜਿੰਦ ਦਾ ਸਾਥੀ ਹੈ। ਜੀ ਕੈ ਸੰਗ ਸਹਾਈ, ਸਾਡੀ ਜਿੰਦ ਦਾ ਜਿਹੜਾ ਸਾਥੀ ਹੈ, ਸਹਾਇਕ ਹੈ, ਉਸ ਪਰਮਾਤਮਾ ਦੇ ਸਦਾ ਹੀ ਸਾਨੂੰ ਗੁਣ ਗਾਉਣੇ ਚਾਹੀਦੇ ਹਨ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਮਨੁੱਖ ਨੂੰ ਇਹ ਬਾਰ-ਬਾਰ ਪ੍ਰੇਰਨਾ ਕਰਦੀ ਹੈ ਕਿ ਮਨੁੱਖਾ ਜੀਵਨ ਦਾ ਮਨੋਰਥ ਹੀ ਉਸ ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਵਡਿਆਈ ਕਰਨੀ, ਉਹਦੀ ਸਿਫਤ ਕਰਨੀ, ਉਹਦਾ ਨਾਮ ਜਪਣਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਬਚਨ ਨੇ ਸਾਹਿਬ ਕਿਰਪਾ ਕਰਦੇ ਨੇ ਕਿ ਮਨੁੱਖ ਨੂੰ ਪ੍ਰਭੂ ਪਰਮਾਤਮਾ ਨੇ ਸੰਸਾਰ ਦੇ ਉੱਤੇ ਭੇਜਿਆ ਹੀ ਅਸਲ ਵਿੱਚ ਇਸ ਕੰਮ ਵਾਸਤੇ ਹੈ ਕਿ ਆਇਓ ਸੁਣਨ ਪੜ੍ਹਨ ਕੋ ਬਾਣੀ। ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਬਾਣੀ ਸੁਣਨ ਵਾਸਤੇ ਤੇ ਪੜ੍ਹਨ ਵਾਸਤੇ ਇਹ ਜੀਵ ਤੋਂ ਸੰਸਾਰ ਤੇ ਆਇਆ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਮਨੁੱਖਾ ਦੇਹੀ ਦਾ ਮਨੋਰਥ ਸਮਝਾਉਂਦਿਆਂ ਹੋਇਆਂ ਰੋਜ਼ਾਨਾ ਦੀ ਜਿਹੜੀ ਸਾਨੂੰ ਬਾਣੀ ਦਿੱਤੀ ਹੈ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਨਿਤਨੇਮ ਦੀ, ਉਸ ਨਿਤਨੇਮ ਦੀ ਬਾਣੀ ਵਿੱਚ ਜੋ ਸ਼ਾਮ ਦੇ ਵਕਤ ਅਸੀਂ ਸੋਦਰ ਰਹਿਰਾਸ ਸਾਹਿਬ ਦੇ ਰੂਪ ਵਿੱਚ ਪੜ੍ਹਦੇ ਹਾਂ, ਇਹ ਪਾਵਨ ਪਵਿੱਤਰ ਪੰਕਤੀਆਂ ਹਰੇਕ ਪ੍ਰਾਣੀ ਨੂੰ ਯਾਦ ਹੋ ਚੁੱਕੀਆਂ ਨੇ ਤੇ ਬੜੀਆਂ ਪ੍ਰਚਲਿਤ ਪੰਕਤੀਆਂ ਨੇ। ਹਰ ਵਿਦਵਾਨ, ਚਾਹੇ ਕੋਈ ਰਾਗੀ ਹੈ, ਕੋਈ ਢਾਡੀ ਹੈ, ਕੋਈ ਕਥਾਵਾਚਕ ਹੈ, ਉਹ ਆਪਣੀ ਪ੍ਰਚਾਰ ਦੇ ਸ਼ੁਰੂਆਤ ਵਿੱਚ ਹੀ ਇਹਨਾਂ ਪੰਕਤੀਆਂ ਨੂੰ ਜ਼ਰੂਰ ਦੁਹਰਾਵੇਗਾ ਇੱਕ ਵਾਰੀ ਕਿ ਭਈ ਪ੍ਰਾਪਤ ਮਾਨੁਖ ਦਿਉਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਜ਼ਿੰਦਗੀ ਦਾ ਮਨੋਰਥ ਹੈ, ਤਾਂ ਕਰਕੇ ਹਰ ਵਿਦਵਾਨ ਇਹਨਾਂ ਪੰਕਤੀਆਂ ਨੂੰ ਹਰ ਸਟੇਜ ਤੇ ਲਗਭਗ ਆਪਣੀ ਹਰ ਵਿਚਾਰ ਦੀ ਆਰੰਭ ਵਿੱਚ ਜ਼ਰੂਰ ਕਹਿੰਦਾ ਹੈ, ਕਿਉਂਕਿ ਜ਼ਿੰਦਗੀ ਦਾ ਇਹਦੇ ਵਿੱਚ ਸਾਨੂੰ ਮਨੋਰਥ ਦੱਸਿਆ ਹੈ, ਪ੍ਰਯੋਜਨ ਕੀ ਹੈ। ਤੋ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਭਾਈ ਉਸ ਹਰੀ ਪਰਮਾਤਮਾ ਦੇ ਗੁਣ ਗਾਉਣੇ ਚਾਹੀਦੇ ਹੈ, ਨਿਰੰਕਾਰ ਦੀ ਸਿਫਤ ਤੇ ਵਡਿਆਈ ਕਰਨੀ ਚਾਹੀਦੀ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਡੀ ਇਸ ਜ਼ੁਬਾਨ ਦੀ ਰਸਨਾ ਦੀ ਗੱਲ ਕਰਦਿਆਂ ਹੋਇਆਂ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਸਾਹਿਬ ਜੀ ਕਹਿੰਦੇ ਨੇ, ਬੋਲੋ ਜਸ ਜੇਬਾ ਦਿਨ ਰਾਤ। ਇਹ ਜਿਹੜੀ ਵਾਹਿਗੁਰੂ ਪਰਮਾਤਮਾ ਨੇ ਭਈ ਜੀਭ ਦਿੱਤੀ ਹੈ ਨਾ, ਇਹਦੇ ਨਾਲ ਨਿਰੰਕਾਰ ਪਰਮਾਤਮਾ ਦੀ ਦਿਨ ਰਾਤ ਉਹਦੀ ਸਿਫਤ ਕਰਦੇ ਰਹੀਏ। ਬੋਲੋ ਜਸ ਜੇਬਾ ਦਿਨ ਰਾਤ, ਪ੍ਰਭ ਆਪਣੇ ਜਨ ਕੀਨੀ ਦਾਤ। ਜਿਸ ਪ੍ਰਭੂ ਪਰਮਾਤਮਾ ਵਾਹਿਗੁਰੂ ਨੇ ਭਈ ਇਹ ਦਾਤ ਜੀਵ ਰੂਪ ਦੇ ਵਿੱਚ ਤੈਨੂੰ ਬਖਸ਼ਿਸ਼ ਕੀਤੀ ਹੈ। ਜਦੋਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਧੰਨ ਗੁਰੂ ਅਮਰਦਾਸ ਜੀ ਨੂੰ ਪੁੱਛਦੇ ਆ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕੈ ਕਿਆ ਤੁਧ ਕਰਮ ਕਮਾਇਆ।
हे मेरे ਸਰੀਰ, ਇਸ ਜਗਤ ਵਿੱਚ ਆ ਕੇ ਤੂੰ ਕਿਹੜਾ ਕਰਮ ਕੀਤਾ? ਵਾਹਿਗੁਰੂ ਨੇ ਭੇਜਿਆ ਤੈਨੂੰ ਕਿਸ ਵਾਸਤੇ ਹੈ? ਤੂੰ ਕਰ ਕੀ ਰਿਹਾ ਹੈ? ਧੰਨ ਗੁਰੂ ਅਮਰਦਾਸ ਮਹਾਰਾਜ ਜੀ ਆਪਣੇ ਉੱਤੇ ਲੈ ਕੇ ਪਾਵਨ ਪਵਿੱਤਰ ਸ਼ਬਦ ਨੂੰ, ਤੇ ਸਾਹਿਬ ਜੀ ਕਹਿੰਦੇ ਇਹ ਸਰੀਰਾ ਮੇਰਿਆ, ਹੈ ਮੇਰੇ ਸਰੀਰ, ਵਾਹਿਗੁਰੂ ਪਰਮਾਤਮਾ ਨੇ ਤੈਨੂੰ ਸਰੀਰ ਦਿੱਤਾ ਤੇ ਤੂੰ ਕੀ ਕਰ ਰਿਹਾ ਹੈ? ਇਹ ਸਰੀਰਾ ਮੇਰਿਆ, ਇਸ ਜਗ ਮਹਿ ਆਏ ਕੇ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾਂ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਜਿਸ ਹਰੀ ਪਰਮਾਤਮਾ ਵਾਹਿਗੁਰੂ ਨੇ ਤੇਰੀ ਘਾੜਤ ਘੜੀ ਹੈ, ਤੂੰ ਉਸ ਹਰੀ ਪਰਮਾਤਮਾ ਵਾਹਿਗੁਰੂ ਨੂੰ ਆਪਣੇ ਮਨ ਵਿੱਚ ਕਿਉਂ ਨਹੀਂ ਵਸਾਉਂਦਾ? ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਪੁੱਛੀਏ ਤੇ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਹੇ ਭਾਈ, ਐ ਜੀਵ, ਪ੍ਰਭੂ ਪਰਮਾਤਮਾ ਨੇ ਤੈਨੂੰ ਸੰਸਾਰ ਤੇ ਉਸ ਦੀ ਵਡਿਆਈ ਕਰਨ ਵਾਸਤੇ ਭੇਜਿਆ। ਨਿਰੰਕਾਰ ਪਰਮਾਤਮਾ ਨੇ ਤੂੰ ਕਿਹੜੀ ਪੁੱਠੀ ਮੱਤ ਲੈ ਲਈ ਹੈ ਕਿ ਨਿਰੰਕਾਰ ਨੂੰ ਵਿਸਾਰ ਦਿੱਤਾ ਹੈ? ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, RAM ਭਗਤ ਨਹਿ ਕੀਨੀ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਨੇ, ਤੂੰ ਪਰਾਈ ਨਿੰਦਿਆ ਚੁਗਲੀ ਆਦਿਕ ਦੇ ਵਿੱਚ ਦਿਨ ਰਾਤ ਮਸਤ ਰਹਿਣਾ ਹੈ, ਪਰ ਵਾਹਿਗੁਰੂ ਪਰਮਾਤਮਾ ਨੇ ਤੈਨੂੰ ਵਡਿਆਈ ਕਰਨ ਵਾਸਤੇ ਭੇਜਿਆ ਹੈ। RAM ਭਗਤ ਨਹਿ ਕੀਨੀ, ਕਿਉਂ ਨਹੀਂ ਕੀਤੀ? ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਲੋਕ ਜਦੋਂ ਅਸੀਂ ਸੁਣਦੇ ਹਾਂ, ਉਹਨਾਂ ਵਿੱਚ ਮੇਰੇ ਸਾਹਿਬ ਕਹਿੰਦੇ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਆਕਾਰਤ ਕੀ। ਸਾਹਿਬ ਜੀ ਕਹਿੰਦੇ, ਜੇ ਪ੍ਰਭੂ ਪਰਮਾਤਮਾ ਦੇ ਅਸੀਂ ਗੁਣ ਨਹੀਂ ਗਾਏ, ਇਹ ਜ਼ਿੰਦਗੀ, ਇਹ ਜੀਵਨ ਵਿਅਰਥ ਹੀ ਚਲਿਆ ਜਾਏਗਾ, ਵਿਅਰਥ ਤੁਰ ਜਾਏਗਾ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਕਹਿੰਦੇ ਨੇ, ਕਹਿੰਦੇ ਭਾਈ, ਜੇ ਪ੍ਰਭੂ ਪਰਮਾਤਮਾ ਵਾਹਿਗੁਰੂ ਦੀ ਵਡਿਆਈ ਸਿਫਤ ਹੁਣ ਨਾ ਕੀਤੀ ਤੇ ਯਾਦ ਰੱਖੀ, ਜਿਹੜਾ ਲੰਮਾ ਸਫ਼ਰ ਤੂੰ ਕਰਕੇ ਆਇਆ ਪਹਿਲਾਂ, ਜੇ ਪ੍ਰਭੂ ਪਰਮਾਤਮਾ ਦੀ ਹੁਣ ਸਿਫਤ ਇਸ ਜੀਵਨ ਵਿੱਚ ਨਾ ਕੀਤੀ ਤੇ ਓਡਾ ਹੀ ਲੰਮਾ ਚੱਕਰ ਤੈਨੂੰ ਫਿਰ ਦੁਬਾਰਾ ਪੈ ਜਾਣਾ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਚਨ, ਕਈ ਜਨਮ ਭੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ। ਬਰੀਆ ਤੋਂ ਭਾਵ ਸਮਾਂ, ਹੁਣ ਟਾਈਮ ਹੈ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰਨ ਕਾਲ। ਚਰਨ ਕਾਲ ਕਹਿੰਦੇ ਨੇ ਬਹੁਤ ਚਿਰਾਂ ਤੋਂ ਬਾਅਦ ਜਿਹੜੀ ਚੀਜ਼ ਪ੍ਰਾਪਤ ਹੋਵੇ। ਚਰਨ ਕਾਲ ਇਹ ਦੇਹ ਸੰਜਰੀਆ। ਸਾਹਿਬ ਜੀ ਕਹਿੰਦੇ, ਬੜੇ ਚਿਰਾਂ ਤੋਂ ਬਾਅਦ ਵਾਹਿਗੁਰੂ ਪਰਮਾਤਮਾ ਨੇ ਤੈਨੂੰ ਮਨੁੱਖਾ ਜੀਵਨ ਦਿੱਤਾ ਹੈ, ਤੇ ਉਸ ਨਿਰੰਕਾਰ ਦੀ ਤੂੰ ਵਡਿਆਈ ਕਰ। ਅੱਜ ਦੇ ਪਾਵਨ ਪਵਿੱਤਰ ਸ਼ਬਦ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਕਿਰਪਾ ਕਰਦੇ ਨੇ, ਹੇ ਭਾਈ, ਉਸ ਹਰੀ ਪਰਮਾਤਮਾ ਦੇ ਗੁਣ ਗਾਉਣੇ ਚਾਹੀਦੇ ਨੇ, ਜਿਹਦੇ ਗੁਣ ਗਾਉਣ ਨਾਲ ਮਨ ਚਿੰਦੇ ਫਲ ਪ੍ਰਾਪਤ ਹੋ ਜਾਂਦੇ ਨੇ ਤੇ ਜਿੰਦ ਦਾ ਸਾਥੀ। ਜਦੋਂ ਅਸੀਂ ਨਿਰੰਕਾਰ ਦੇ ਗੁਣ ਗਾਵਾਂਗੇ ਤੇ ਮੇਰੇ ਸਾਹਿਬ ਜੀ ਕਹਿੰਦੇ, ਫਿਰ ਮਨ ਚਿੰਦੇ ਫਲ ਕਿਵੇਂ ਮਿਲਦੇ ਐ? ਅਸੀਂ ਸਤਿਗੁਰਾਂ ਦੇ ਬਚਨ ਪੜ੍ਹਦੇ ਹਾਂ, ਜਿਨ ਜਿਨ ਨਾਮ ਧਿਆਇਆ। ਭਈ ਜਿਨ੍ਹਾਂ ਜਿਨ੍ਹਾਂ ਨੇ ਵੀ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕੀਤਾ ਹੈ, ਜਿਨ ਜਿਨ ਨਾਮ ਧਿਆਇਆ, ਤਿਨ ਕੇ ਕਾਜ ਸਰੇ। ਭਾਵ ਸਫਲ ਹੋ ਗਏ, ਉਹਦੇ ਕਾਰਜ ਸਿਰੇ ਚੜ੍ਹ ਗਏ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ, ਜਿਨ੍ਹਾਂ ਜਿਨ੍ਹਾਂ ਨੇ ਵੀ ਪ੍ਰਭੂ ਦੀ ਵਡਿਆਈ ਕੀਤੀ, ਪ੍ਰਭੂ ਪਰਮਾਤਮਾ ਨੇ ਉਹਨਾਂ ਦੀ ਜ਼ਿੰਦਗੀ ਦੇ ਸਾਰੇ ਕਾਰਜ ਸਫਲ ਕਰ ਦਿੱਤੇ। ਜਦੋਂ ਸਤਿਗੁਰਾਂ ਦੀ ਬਾਣੀ ਪੜ੍ਹੀਏ ਤਾਂ ਸਾਹਿਬ ਜੀ ਕਹਿੰਦੇ ਨੇ, ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਭਾਈ, ਨਿਰੰਕਾਰ ਦੇ ਗੁਣ ਗਾਵਾਂਗੇ ਤੇ ਮਨ ਚਿੰਦੇ ਫਲ ਪ੍ਰਾਪਤ ਹੋ ਜਾਂਦੇ ਨੇ, ਕਿਉਂਕਿ ਮਨ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਹੀ ਪਰਮਾਤਮਾ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ। ਹੇ ਮੇਰੀ ਜਿੰਦ, ਐਸੇ ਪਰਮਾਤਮਾ ਨੂੰ ਧਿਆਉਣਾ ਚਾਹੀਦਾ ਹੈ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਊਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਜਹ ਹਰ ਸਿਮਰਨ ਭਇਆ, ਤਹ ਉਪਾਦ ਗਤ ਕੀਨੀ, ਵਡ ਭਾਗੀ ਹਰ ਜਪਣਾ, ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ। ਸਾਹਿਬ ਜੀ ਕਹਿੰਦੇ, ਮਨ ਚਿੰਦੇ ਫਲ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੀਵ ਨੂੰ ਪ੍ਰਾਪਤ ਹੋ ਜਾਂਦੇ ਹੈ। ਤੀਜਾ ਬਚਨ ਹੈ ਕਿ ਜਿੰਦ ਦਾ ਸਾਥੀ, ਸਾਡੀ ਹਰ ਵੇਲੇ ਸਹਾਇਤਾ ਕਰਨ ਵਾਲਾ ਪਰਮਾਤਮਾ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ, ਕਦੇ ਮਹਿਸੂਸ ਕਰੀਏ ਕਿ ਜਹ ਜਹ ਪੇਖੋਂ ਤਹੇ ਹਜ਼ੂਰ, ਦੂਰ ਕਤਹੁ ਨਾ ਜਾਈ, ਰਬ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਈਤ ਊਤ ਨਹੀਂ ਵਿਛੜੈ, ਸੋ ਸੰਗੀ ਗਣੀਐ, ਬਿਨ ਸਜਾਏ ਜੋ ਨਿਮਖ ਮੈਂ, ਸੋ ਅਲਪ ਸੁਖ ਭਣੀਐ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਕਿ ਕਦੇ ਮਹਿਸੂਸ ਕਰੀਏ ਗੁਰ ਮੇਰੇ ਸੰਗ ਸਦਾ ਹੈ ਨਾਲੇ। ਕਦੀ ਇਹ ਮਹਿਸੂਸ ਕਰੀਏ ਕਿ ਘਰ ਬਾਹਰ ਤੇਰਾ ਪ੍ਰਵਾਸਾ, ਤੂੰ ਜਨ ਕੇ ਹੈ ਸੰਗ।
ਸਤਿਗੁਰੂ ਮਹਾਰਾਜ ਕਹਿੰਦੇ ਉਹ ਪ੍ਰਭੂ ਪਰਮਾਤਮਾ ਵਾਹਿਗੁਰੂ ਘਰ ਬਾਰ ਤੋਂ ਭਾਵ ਹੈ ਹਰ ਜਗ੍ਹਾ ਤੇ ਉਹ ਨਿਰੰਕਾਰ ਸਾਡੀ ਸਹਾਇਤਾ ਕਰਨ ਵਾਲਾ, ਕਿਉਂਕਿ ਸਾਡੀ ਜਿੰਦ ਦਾ ਸਾਥੀ ਉਹ ਪਰਮਾਤਮਾ ਹੈ। ਇਹ ਹੈ ਅੱਜ ਦੇ ਪਾਵਨ ਪਵਿੱਤਰ ਸ਼ਬਦ ਦਾ ਸਮੁੱਚਾ ਤੇ ਮੁੱਖ ਭਾਵ। ਹੁਣ ਸਤਿਗੁਰੂ ਮਹਾਰਾਜ ਜੀ ਇੱਕ ਇੱਕ ਬੰਦ ਦੇ ਰਾਹੀਂ ਇਸੇ ਹੀ ਪਾਵਨ ਪਵਿੱਤਰ ਜੋ ਪੰਕਤੀ ਦੇ ਵਿੱਚ ਮੁੱਖ ਭਾਵ ਦਰਸਾਇਆ, ਉਹਦੀ ਸਤਿਗੁਰੂ ਮਹਾਰਾਜ ਜੀ ਨੇ ਇੱਕ ਇੱਕ ਸ਼ਬਦ ਰਾਹੀਂ ਬੰਦ ਰਾਹੀਂ ਉਸੇ ਦੀ ਵਿਆਖਿਆ ਕਰ ਰਹੇ ਨੇ। ਪਹਿਲੇ ਬੰਦ ਵਿੱਚ ਸਾਹਿਬ ਕਿਰਪਾ ਕਰਦੇ ਨੇ, ਗੁਰ ਪੂਰੈ ਚਰਨੀ ਲਾਇਆ। ਹੁਣ ਵਿਚਾਰ ਉਹੀ ਦਿਮਾਗ 'ਚ ਰੱਖਣੀ ਕਿ ਜਿਹੜੀ ਪ੍ਰਭੂ ਪਰਮਾਤਮਾ ਦੇ ਹਰ ਵੇਲੇ ਗੁਣ ਗਾਉਣ ਨਾਲ ਮਨ ਚਿੰਦੇ ਫਲ ਤੇ ਜਿੰਦ ਦਾ ਸਾਥੀ ਹੈ। ਸਾਹਿਬ ਕਹਿੰਦੇ ਦਾਤ ਮਿਲੇ ਕਿਹਦੇ ਕੋਲੋਂ? ਹਰ ਵੇਲੇ ਹਰੀ ਪਰਮਾਤਮਾ ਦੇ ਗੁਣ ਗਾਉਣੇ, ਇਹ ਕਿਹਦੇ ਤੋਂ ਰਹਿਮਤ ਮਿਲਦੀ ਹੈ? ਗੁਰ ਪੂਰੈ ਚਰਨੀ ਲਾਇਆ। ਬਈ ਜੇ ਪੂਰੇ ਗੁਰੂ ਦੇ ਚਰਨਾਂ ਨਾਲ ਜੁੜ ਜਾਵਾਂਗੇ ਤੇ ਸਾਹਿਬ ਜੀ ਕਹਿੰਦੇ ਪੂਰੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਹੀ ਇਸ ਗੱਲ ਦੀ ਸਮਝ ਆ ਸਕਦੀ ਹੈ ਕਿ ਪਰਮਾਤਮਾ ਜਿੰਦ ਦਾ ਸਾਥੀ ਹੈ, ਉਹਦੇ ਗੁਣ ਗਾਉਣੇ ਚਾਹੀਦੇ ਹੈ ਤੇ ਮਨ ਚਿੰਦੇ ਉਹਦੇ ਕੋਲ ਫਲ ਮਿਲਦੇ। ਇਹ ਗੁਰੂ ਰਾਹੀਂ ਸਮਝ ਆਏਗੀ। ਹੁਣ ਸਤਿਗੁਰਾਂ ਦੀ ਬਾਣੀ ਵਿੱਚ ਇਸੇ ਕਰਕੇ ਮਨੁੱਖ ਨੂੰ ਕਿਹਾ ਗਿਆ ਹੈ ਕਿ ਸਾਹਿਬ ਜੀ ਕਹਿੰਦੇ ਨੇ, ਭਾਈ ਰੇ ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾਂ ਜ਼ਿੰਦਗੀ ਦਾ ਪ੍ਰਯੋਜਨ ਨਹੀਂ ਸਮਝ ਵਿੱਚ ਆ ਸਕਦਾ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਪੁੱਛੋ ਬਰਮੈ ਨਾਰਦੈ ਵੇਦ ਬਿਆਸੈ ਕੋਏ। ਇੱਥੇ ਭਾਵੇਂ ਕਿਸੇ ਵੀ ਰਿਸ਼ੀ ਮੁਨੀ ਪੀਰ ਪੈਗੰਬਰ ਨੂੰ ਪੁੱਛ ਕੇ ਵੇਖ ਲਓ, ਗੁਰੂ ਤੋਂ ਬਿਨਾਂ ਸਾਹਿਬ ਜੀ ਕਹਿੰਦੇ ਨੇ ਕਦੀ ਵੀ ਮਨੁੱਖ ਪਰਮਾਤਮਾ ਦੇ ਘਰ ਤੱਕ ਨਹੀਂ ਪਹੁੰਚ ਸਕਦਾ। ਸਤਿਗੁਰਾਂ ਦੀ ਬਾਣੀ ਦੇ ਵਿੱਚ ਬੜੇ ਪਿਆਰੇ ਬਚਨ ਮਿਲ ਜਾਂਦੇ ਨੇ। ਮੇਰੇ ਸਾਹਿਬ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਕਿ ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾਹੈ ਨਾਉ ਬੁਰਾ। ਕਹਿੰਦੇ ਗੁਰੂ ਤੋਂ ਬਿਨਾਂ ਸਮਝ ਨਹੀਂ ਆ ਸਕਦੀ। ਪੁੱਛੋ ਗੁਰੂ ਅੰਗਦ ਦੇਵ ਜੀ ਨੂੰ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਨੇ, ਜੇ ਸੋ ਚੰਦਾ ਉਗਵਹਿ ਸੂਰਜ ਚੜੇ ਹਜ਼ਾਰ, ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਸਾਹਿਬ ਜੀ ਕਹਿੰਦੇ ਗੁਰੂ ਤੋਂ ਬਿਨਾਂ ਅੰਦਰ ਹਨੇਰਾ ਹੀ ਹਨੇਰਾ ਬਣਿਆ ਰਹਿੰਦਾ ਹੈ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਜਦੋਂ ਅਸੀਂ ਪੁੱਛਦੇ ਹਾਂ ਤੇ ਭਾਈ ਗੁਰਦਾਸ ਜੀ ਕਹਿੰਦੇ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਜਗਤ ਜਲੰਦੇ ਦਾ ਭਰਾ ਕਰਨ ਵਾਲੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਜਦੋਂ ਉਹਨਾਂ ਨੇ ਵੀ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਆਪਣੀ ਪ੍ਰਚਾਰ ਫੇਰੀ ਸ਼ੁਰੂ ਕਰਨੀ ਸੀ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਇਸੇ ਗੱਲ ਨੂੰ ਹੀ ਮਹਿਸੂਸ ਕੀਤਾ ਸੀ ਜੋ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਕਿਹਾ। ਭਾਈ ਸਾਹਿਬ ਕਹਿੰਦੇ, ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਕਾਲ ਕਮਾਈ, ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸਿਓਂ ਬਣ ਆਈ, ਬਾਬਾ ਪੈਂਦਾ ਸੱਚਖੰਡ ਨੌਨਦ ਨਾਮ ਗਰੀਬੀ ਪਾਈ। ਤੇ ਅੱਗੇ ਚੱਲ ਕੇ ਭਾਈ ਸਾਹਿਬ ਕਹਿੰਦੇ, ਬਾਬਾ ਦੇਖੈ ਧਿਆਨ ਧਰ। ਜੋ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਨਾ ਕਿ ਗੁਰੂ ਤੋਂ ਬਿਨਾਂ ਨਹੀਂ ਗੱਲ ਬਣ ਸਕਦੀ, ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਮਹਿਸੂਸ ਵੀ ਕੀਤਾ। ਭਾਈ ਗੁਰਦਾਸ ਜੀ ਕਹਿੰਦੇ, ਬਾਬਾ ਦੇਖੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਵੇਈ ਨਦੀ ਤੋਂ 3 ਦਿਨ ਬਾਅਦ ਵਿੱਚ ਆ ਕੇ ਜਦੋਂ ਸਤਿਗੁਰਾਂ ਨੇ ਜੋ ਮਹਿਸੂਸ ਕੀਤਾ, ਉਹਨੂੰ ਭਾਈ ਗੁਰਦਾਸ ਜੀ ਨੇ ਆਪਣੇ ਸ਼ਬਦਾਂ ਵਿੱਚ ਕਿਹਾ। ਕਹਿ ਲਗੇ, ਬਾਬਾ ਦੇਖੈ ਧਿਆਨ ਧਰ। ਧਿਆਨ ਮਾਰ ਕੇ ਵੇਖਿਆ ਗੁਰੂ ਨਾਨਕ ਸਾਹਿਬ ਜੀ ਨੇ, ਹੈ ਕਰਦੀ ਸੁਣੀ ਲੁਕਾਈ। ਸਾਰੀ ਲੁਕਾਈ ਭਾਵ ਕੇ ਲੋਕ ਹਾਏ ਹਾਏ ਕਰਦੇ ਸੁਣੇ, ਭਾਵ ਕੁਰਲਾਹਟ ਪੈਂਦੀ ਸੁਣੀ ਲੋਕਾਂ ਦੀ ਕੰਨਾਂ ਵਿੱਚ, ਧੰਨ ਗੁਰੂ ਨਾਨਕ ਸਾਹਿਬ ਦੇ ਕੰਨਾਂ 'ਚ ਪਈ। ਤੇ ਫਿਰ ਕੀ ਕਹਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ? ਕਹਿੰਦੇ ਨੇ, ਬਾਝ ਗੁਰੂ ਗੋਬਾਰ ਹੈ। ਭਈ ਇਹ ਜਿਹੜੀ ਹਾਏ ਹਾਏ ਲੁਕਾਈ ਕਰਦੀ ਪਈ, ਉਹਦਾ ਕਾਰਨ ਇਹ ਹੈ ਕਿ ਗੁਰੂ ਤੋਂ ਟੁੱਟ ਗਈ ਇਹ ਲੁਕਾਈ। ਹੈ ਕਰਦੀ ਸੁਣੀ ਲੁਕਾਈ, ਬਾਝ ਗੁਰੂ ਗੋਬਾਰ ਹੈ। ਇਹ ਗੁਰੂ ਤੋਂ ਬਿਨਾਂ ਹੀ ਅਸਲ ਵਿੱਚ ਟੁੱਟੀ ਹੋਣ ਕਰਕੇ ਹੈ ਕਰਦੀ ਸੁਣੀ ਲੁਕਾਈ। ਫਿਰ ਧੰਨ ਗੁਰੂ ਨਾਨਕ ਸਾਹਿਬ ਨੇ ਜਗਤ ਜਲੰਦੇ ਦਾ ਭਲਾ ਕਰਨ ਲਈ ਕੀ ਕੀਤਾ? ਬਾਬੇ ਭੇਖ ਬਣਾਇਆ, ਉਦਾਸੀ ਕੀ ਰੀਤ ਚਲਾਈ, ਚੜਿਆ ਸੋਧਨ ਧਰਤ ਲੁਕਾਈ। ਫਿਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਧਰਤੀ ਦੇ ਜੀਵਾਂ ਨੂੰ ਸਮਝ ਤੇ ਸੂਝ ਬੂਝ ਦੇਣ ਵਾਸਤੇ ਤੁਰ ਪਏ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਇੱਕ ਹੋਰ ਬਚਨ ਹੈ ਕਿ ਗੁਰੂ ਦੀ ਕਿਤਨੀ ਲੋੜ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਸਾ ਦੀ ਵਾਰ ਵਿੱਚ ਰੋਜ਼ ਇੱਕ ਸ਼ਬਦ ਸਾਡੇ ਕੰਨਾਂ ਵਿੱਚ ਪਾਉਂਦੇ ਨੇ ਕਿ ਜੀਵ ਤੂੰ ਮਹਿਸੂਸ ਕਰਕੇ ਗੁਰੂ ਤੋਂ ਬਿਨਾਂ ਨਹੀਂ ਤੈਨੂੰ ਅਸਲੀ ਮੰਜ਼ਿਲ ਤੱਕ ਨਹੀਂ ਤੂੰ ਪਹੁੰਚ ਸਕਦਾ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸ਼ਲੋਕ ਆਸਾ ਦੀ ਵਾਰ ਵਿੱਚ ਮੇਰੇ ਸਾਹਿਬ ਜੀ ਕਹਿੰਦੇ ਨੇ, ਇੱਕ ਉਦਾਹਰਨ ਦਿੱਤੀ ਹੈ ਜ਼ਿਮੀਂਦਾਰ ਨਾਲ ਸੰਬੰਧਿਤ, ਖੇਤੀਬਾੜੀ ਨਾਲ ਸੰਬੰਧਿਤ ਉਦਾਹਰਨ ਗੁਰੂ ਨਾਨਕ ਦੇਵ ਜੀ ਦਿੰਦੇ ਨੇ ਕਿ ਜਿਵੇਂ ਤਿਲਾਂ ਦੇ ਖੇਤ ਵਿੱਚ ਜ਼ਿਮੀਂਦਾਰ ਨੇ ਤਿਲ ਬੀਜੇ ਤੇ ਜਦੋਂ ਬੂਟੇ ਤਿਆਰ ਹੋ ਗਏ, ਜ਼ਿਮੀਂਦਾਰ ਨੇ ਉਹਨਾਂ ਬੂਟਿਆਂ ਨੂੰ ਜਾ ਕੇ ਕੱਟਿਆ ਤੇ ਜਿਹੜਿਆਂ ਬੂਟਿਆਂ ਵਿੱਚ ਫਲੀਆਂ ਦੇ ਵਿੱਚ ਤਿਲਾਂ ਦੀ ਜਗ੍ਹਾ ਤੇ ਸਵਾਹ ਸੀ, ਜ਼ਿਮੀਂਦਾਰ ਨੇ ਉਹਨਾਂ ਨੂੰ ਕੱਟਿਆ ਨਹੀਂ।
ਗੱਲ ਮਨੁੱਖ ਦੀ ਕੀਤੀ ਹੈ ਕਿ ਜਿਹੜੇ ਕਹਿੰਦੇ ਗੁਰੂ ਤੋਂ ਬਿਨਾਂ ਗੁਜ਼ਾਰਾ ਹੋ ਸਕਦਾ ਹੈ, ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਨਹੀਂ ਹੋਏਗਾ। ਉਸ ਸ਼ਬਦ ਵਿੱਚ ਸਾਹਿਬ ਜੀ ਕਹਿੰਦੇ ਨੇ ਉਹ ਬੂਟਾ ਤਿਆਰ ਵੀ ਹੋਇਆ, ਉਹ ਬੂਟਾ ਪਲਿਆ ਵੀ, ਸੁੰਦਰ ਵੀ ਹੋ ਗਿਆ, ਦੂਜਿਆਂ ਬੂਟਿਆਂ ਤੋਂ ਉੱਚਾ ਵੀ ਹੋ ਗਿਆ, ਪਰ ਜ਼ਿਮੀਂਦਾਰ ਨੇ ਨਹੀਂ ਕੱਟਿਆ। ਇਸ ਕਰਕੇ ਨਹੀਂ ਕੱਟਿਆ ਕਿਉਂਕਿ ਉਸ ਫਲੀਆਂ ਵਿੱਚ ਤਿਲਾਂ ਦੀ ਜਗ੍ਹਾ ਤੇ ਸਵਾਹ ਭਰੀ ਹੋਈ ਸੀ। ਤੇ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਜਦੋਂ ਜ਼ਿਮੀਂਦਾਰ ਪੈਲੀ ਵਿੱਚ ਹੀ ਉਹਨਾਂ ਬੂਟਿਆਂ ਨੂੰ ਛੱਡ ਕੇ ਆ ਗਿਆ, ਉਹਨਾਂ ਬੂਟਿਆਂ ਦਾ ਫਿਰ 1 2 4 ਨਹੀਂ ਕਈ ਉਹਦੇ ਮਾਲਕ ਬਣ ਗਏ। ਕਾਮੇ ਲੋਕ ਆਏ ਬਾਲਣ ਵਾਸਤੇ, ਉਹ ਬੂਟੇ ਕੰਮ ਆਏ ਤੇ ਉਹਨਾਂ ਦੇ ਆ ਕੇ ਮਾਲਕ ਬਣ ਗਏ। ਹੁਣ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਜਿਨ੍ਹਾਂ ਬੂਟਿਆਂ ਵਿੱਚ ਫਲੀਆਂ ਵਿੱਚ ਤਿਲ ਸਨ ਉਹਨਾਂ ਦਾ ਮਾਲਕ ਕੇਵਲ ਇੱਕ ਸੀ ਜ਼ਿਮੀਂਦਾਰ, ਪਰ ਜਿਨ੍ਹਾਂ ਦੇ ਵਿੱਚ ਸਵਾਹ ਭਰੀ ਪਈ ਉਹਨਾਂ ਦਾ ਮਾਲਕ ਉਹ ਨਹੀਂ ਰਿਹਾ, ਉਹਨਾਂ ਦੇ ਕਈ ਮਾਲਕ ਆਣ ਕੇ ਬਣ ਗਏ। ਗੱਲ ਜੀਵ ਦੀ ਕੀਤੀ ਹੈ। ਜੇ ਆਪਣੇ ਸਤਿਗੁਰੂ ਨਾਲ ਜੁੜੇ ਰਹਾਂਗੇ ਤਾਂ ਤੋਂ ਠੀਕ ਰਹੇਗਾ, ਪਰ ਜੇ ਸਤਿਗੁਰੂ ਨਾਲ ਨਾ ਜੁੜੇ ਫਿਰ ਪਤਾ ਨਹੀਂ ਕਿੰਨੇ ਕੁ ਕੱਚੇ ਪਿੱਲੇ ਸਾਡੇ ਖਸਮ ਬਣ ਜਾਣਗੇ, ਸਾਡੀ ਜ਼ਿੰਦਗੀ ਨੂੰ ਨਰਕ ਬਣਾ ਕੇ ਰੱਖ ਦੇਣਗੇ। ਧੰਨ ਗੁਰੂ ਨਾਨਕ ਦੇਵ ਜੀ ਦਾ ਬਚਨ ਹੈ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁਟੈ ਤਿਲ ਬਵਾੜ ਜਿਉ ਸੁਣੈ ਅੰਦਰ ਖੇਤ, ਖੇਤੈ ਅੰਦਰ ਛੁਟਿਆ ਕਹੋ ਨਾਨਕ 100 ਨਾਹ। 100 ਨਾਹ ਦਾ ਮਤਲਬ 100 ਮਾਲਕ ਬਣ ਗਏ ਉਹਦੇ। ਫਲੀਏ ਫੁੱਲੀਏ ਬੱਪੜੇ ਭੀ ਤਨ ਵਿੱਚ ਸਵਾਹ। ਸਾਹਿਬ ਜੀ ਕਹਿੰਦੇ ਬੂਟੇ ਤਾਂ ਤਿਆਰ ਹੋਏ ਪਰ ਉਹਨਾਂ ਦੇ ਵਿੱਚ ਸਵਾਹ ਬਣ ਗਈ। ਭਾਵ ਮਨੁੱਖ ਬਾਹਰੀ ਤੌਰ ਤੇ ਸਾਰਾ ਕੁਝ ਉਹਦੇ ਕੋਲ ਹੈ, ਪਰ ਅੰਦਰ ਦਾ ਹਿਰਦਾ ਤੇ ਸੜਿਆ ਪਿਆ ਹੈ ਗੁਰੂ ਤੋਂ ਬਿਨਾਂ। ਗੁਰੂ ਹੀ ਅੰਦਰ ਨੂੰ ਸ਼ੀਤਲਤਾ, ਠੰਡਕ ਤੇ ਗੁਰੂ ਹੀ ਅੰਦਰ ਦੇ ਮਨ ਦੀ ਤਰੱਕੀ ਕਰਵਾਉਂਦਾ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹੁਣ ਗੁਰੂ ਨੇ ਕਿਰਪਾ ਕਰ ਦਿੱਤੀ। ਪੂਰੇ ਗੁਰੂ ਨੇ ਜਦੋਂ ਚਰਨਾਂ ਨਾਲ ਲਾ ਲਿਆ, ਹਰ ਸੰਗ ਸਹਾਈ ਪਾਇਆ। ਹੁਣ ਇਹ ਗੱਲ ਮਹਿਸੂਸ ਹੋਣ ਲੱਗ ਪਈ ਕਿ ਹਰ ਸੰਗ ਸਹਾਈ, ਹਰ ਵੇਲੇ ਸਹਾਇਤਾ ਕਰਨ ਵਾਲਾ ਭਈ ਮਾਲਕ ਮਿਲ ਗਿਆ ਪੂਰੇ ਗੁਰੂ ਦੇ ਰਾਹੀਂ। ਪੂਰੇ ਗੁਰੂ ਨੇ ਹਰ ਸੰਗ ਸਹਾਈ ਪਾਇਆ ਵਾਲਾ ਮਾਲਕ ਮਿਲਾ ਦਿੱਤਾ, ਜਿਹੜਾ ਹਰ ਵੇਲੇ ਮੇਰੀ ਜਿੰਦ ਦੇ ਨਾਲ ਹੈ, ਹਰ ਵੇਲੇ ਮੇਰੇ ਅੰਗ ਸੰਗ ਹੈ। ਜਹਾਂ ਜਾਈਏ ਤਹਾਂ ਸੁਹੇਲੇ। ਹੁਣ ਗੁਰੂ ਨੇ ਸਮਝ ਦੇ ਦਿੱਤੀ ਕਿ ਤੂੰ ਜਿੱਥੇ ਵੀ ਪਈ ਜਾਵੇਂਗਾ ਉੱਥੇ ਪ੍ਰਭੂ ਪਰਮਾਤਮਾ ਤੇਰੇ ਨਾਲ ਹੈ। ਤੂੰ ਕਿਤੇ ਵੀ ਦੁਨੀਆ ਵਿੱਚ ਜਾਂਦਾ ਹੈ, ਪ੍ਰਭੂ ਪਰਮਾਤਮਾ ਭਈ ਤੇਰੇ ਅੰਗ ਸੰਗ ਹੈ ਤੇ ਹਰ ਜਗ੍ਹਾ ਤੇ ਤੈਨੂੰ ਸੁੱਖ ਮਿਲੇਗਾ। ਜਹਾਂ ਜਾਈਏ ਤਹਾਂ ਸੁਹੇਲੇ। ਗੁਰੂ ਨੇ ਕਿਰਪਾ ਕਰਕੇ ਵਿਖਾ ਦਿੱਤਾ ਉਹ ਪਰਮਾਤਮਾ ਜਿਹੜਾ ਹਰ ਵੇਲੇ ਨਾਲ ਰਹਿਣ ਵਾਲਾ। ਹੁਣ ਜਿੱਥੇ ਵੀ ਜਾਂਦੇ ਉੱਥੇ ਹੀ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਕਹਿੰਦੇ ਆਤਮਿਕ ਤੌਰ ਤੇ ਆਨੰਦ ਬਣਿਆ ਰਹਿੰਦਾ ਹੈ। ਕਰ ਕਿਰਪਾ ਪ੍ਰਭ ਮੇਲੇ। ਹੁਣ ਗੁਰੂ ਦੇ ਰਾਹੀਂ ਫਿਰ ਪ੍ਰਭੂ ਪਰਮਾਤਮਾ ਦੇ ਨਾਲ ਜੀਵ ਨੂੰ ਮਿਲਾ ਦਿੱਤਾ, ਗੁਰੂ ਨੇ ਮਿਲਾ ਦਿੱਤਾ ਪਰਮਾਤਮਾ ਦੇ ਨਾਲ। ਤੋਂ ਸਾਹਿਬ ਕਿਰਪਾ ਕਰਦੇ ਨੇ ਦੂਸਰੇ ਬੰਦ ਵਿੱਚ ਨਾਰਾਇਣ ਪ੍ਰਾਣ ਆਧਾਰਾ। ਫਿਰ ਜਦੋਂ ਪੂਰੇ ਗੁਰੂ ਨੇ ਸਮਝ ਦਿੱਤੀ, ਇਹ ਸਮਝ ਆ ਗਈ ਨਾਰਾਇਣ ਪ੍ਰਾਣ ਆਧਾਰਾ, ਸਾਡੇ ਪ੍ਰਾਣਾਂ ਦਾ ਆਸਰਾ, ਆਧਾਰਾ ਮੈਨੇ ਦਾ ਆਸਰਾ। ਸਾਡੇ ਪ੍ਰਾਣਾਂ ਦਾ ਆਸਰਾ ਕੇਵਲ ਅਕਾਲ ਪੁਰਖ ਵਾਹਿਗੁਰੂ ਹੈ। ਹਮ ਸੰਤ ਜਨਾ ਰੇ ਨਾਰਾ। ਭਈ ਅਸੀਂ ਤਾਂ ਰੱਬ ਦੇ ਪਿਆਰਿਆਂ ਦੀ ਚਰਨ ਧੂੜੀ ਹੈ, ਤੇ ਚਰਨ ਧੂੜੀ ਤੋਂ ਭਾਵ ਹੈ ਨਿਮਰਤਾ। ਸਾਹਿਬ ਜੀ ਕਹਿੰਦੇ ਨੇ ਜਦੋਂ ਜੀਵ ਨੂੰ ਇਹ ਸਮਝ ਆ ਜਾਂਦੀ ਹੈ ਕਿ ਪ੍ਰਮਾਤਮਾ ਸਾਡੀ ਜਿੰਦ ਦਾ ਸਹਾਇਕ ਹੈ, ਉਹੀ ਸਾਡੀ ਜਿੰਦ ਦਾ ਆਸਰਾ ਹੈ, ਫਿਰ ਉਹ ਜੀਵ ਮਹਿਸੂਸ ਕਰਦਾ ਹੈ, ਇਹ ਮਹਿਸੂਸ ਕਰਨਾ ਕਿ ਅਸੀਂ ਸਤਸੰਗੀਆਂ ਦੇ, ਰੱਬ ਦੇ ਪਿਆਰਿਆਂ ਦੀ ਭਈ ਚਰਨ ਧੂੜ ਰੂਪ ਵਿੱਚ ਹਾਂ। ਭਾਵ ਕਿ ਨਿਮਰਤਾ ਭਾਵ ਉਸ ਜੀਵ ਦੇ ਹਿਰਦੇ ਵਿੱਚ ਆ ਕੇ ਟਿਕ ਜਾਂਦੀ ਹੈ। ਪਤਤ ਪੁਨੀਤ ਕਰ ਲੀਨੇ। ਇਹ ਸਮਝ ਆ ਜਾਂਦੀ ਹੈ ਕਿ ਪ੍ਰਮਾਤਮਾ ਪਰਮੇਸ਼ਰ ਜਿਹੜੇ ਪਾਪੀ ਜੀਵ ਨੇ, ਪਤਤ ਜੀਵ ਨੇ, ਟੁੱਟੇ ਹੋਏ ਨੇ, ਉਹਨਾਂ ਨੂੰ ਪ੍ਰਮਾਤਮਾ ਪੁਨੀਤ ਕਰ ਦਿੰਦਾ ਹੈ, ਪਵਿੱਤਰ ਕਰ ਦਿੰਦਾ ਹੈ। ਭਾਵ ਇਹਦਾ ਇਹ ਬਣਦਾ ਹੈ ਕਿ ਜੇ ਕੋਈ ਜੀਵ ਪ੍ਰਮਾਤਮਾ ਤੋਂ ਟੁੱਟਿਆ ਹੋਇਆ ਹੈ ਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਸਾਰੀ ਜ਼ਿੰਦਗੀ ਟੁੱਟਿਆ ਤੇ ਟੁੱਟਿਆ ਹੀ ਰਹੇਗਾ, ਉਹਦੇ ਜੀਵਨ 'ਚ ਕੋਈ ਤਬਦੀਲੀ ਨਹੀਂ ਆ ਸਕਦੀ। ਨਹੀਂ, ਸਭ ਕਹਿੰਦੇ ਉਹ ਗੁਰੂ ਨਾਲ ਜੁੜੇ, ਗੁਰੂ ਉਹਨੂੰ ਪ੍ਰਮਾਤਮਾ ਤੱਕ ਪਹੁੰਚਾ ਦੇਗਾ। ਫਿਰ ਐਸੇ ਜੀਵ ਦੇ ਜਿਹੜਾ ਪ੍ਰਮਾਤਮਾ ਤੋਂ ਟੁੱਟਿਆ ਹੋਇਆ, ਪਤਿਤ ਹੋਇਆ ਜੀਵ ਹੈ, ਸਾਹਿਬ ਜੀ ਕਹਿੰਦੇ ਪ੍ਰਮਾਤਮਾ ਨੂੰ ਪਵਿੱਤਰ ਕਰ ਦੇਗਾ, ਉਹਦੀ ਜਿੰਦ ਨੂੰ ਮਹਾਨ ਬਣਾ ਦੇਗਾ। ਅਨੇਕਾਂ ਇਤਿਹਾਸ ਭਰਿਆ ਪਿਆ ਹੈ ਇੱਥੇ। ਕੌਡੇ ਵਰਗੇ, ਭੀਮੀਏ ਵਰਗੇ, ਸੱਜਣ ਵਰਗੇ ਅਨੇਕਾਂ ਸਨ ਜਿਹੜੇ ਪਤਿਤ ਹੋ ਗਏ, ਪਰ ਜਦੋਂ ਗੁਰੂ ਦੇ ਚਰਨਾਂ ਨਾਲ ਜੁੜ ਗਏ, ਸਤਿਗੁਰੂ ਮਹਾਰਾਜ ਜੀ ਨੇ ਚਰਨਾਂ ਨਾਲ ਜੁੜ ਕੇ ਪਵਿੱਤਰ ਕਰ ਦਿੱਤਾ, ਮਹਾਨ ਬਣਾ ਦਿੱਤਾ, ਉਹਨਾਂ ਨੂੰ ਪ੍ਰਚਾਰਕ ਥਾਪ ਦਿੱਤਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨਾਂ ਨੂੰ ਧਰਮ ਦੇ ਪ੍ਰਚਾਰ ਲਈ। ਤਾਂ ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਪਰਮਾਤਮਾ ਪਤਿਤ ਜੀਵਾਂ ਨੂੰ ਪੁਨੀਤ ਕਰਨ ਦੀ ਸਮਰੱਥਾ ਰੱਖਦਾ ਹੈ।
ਕਰ ਕਿਰਪਾ ਹਰ ਜਸ ਦੀਨੇ। ਆਪਣਾ ਜਸ ਦਿੰਦਾ ਹੈ ਪਰਮਾਤਮਾ, ਆਪਣੀ ਵਡਿਆਈ ਦਿੰਦਾ ਹੈ, ਆਪਣੀ ਸਿਫਤ ਦਿੰਦਾ ਹੈ ਕਰਨ ਵਾਸਤੇ। ਤੇ ਜਦੋਂ ਜੀਵ ਇਸ ਰਸਨਾ ਨਾਲ ਉਹਦੀ ਸਿਫਤ ਕਰਦਾ ਹੈ ਪਰਮਾਤਮਾ ਦੀ, ਫਿਰ ਉਹੀ ਜੀਵ ਪਵਿੱਤਰ ਹੋ ਜਾਂਦਾ ਹੈ। ਸਾਹਿਬ ਕਿਰਪਾ ਕਰਦੇ ਤੀਸਰੇ ਬੰਦ ਵਿੱਚ ਪਾਰ ਬ੍ਰਹਮ ਕਰੇ ਪ੍ਰਤਪਾਲਾ। ਗੁਰੂ ਰਾਹੀਂ ਇੱਕ ਹੋਰ ਸਮਝ ਆ ਜਾਂਦੀ ਹੈ ਕਿ ਸਾਡੀ ਪ੍ਰਤਪਾਲਨਾ ਕਰਨ ਵਾਲਾ ਪਰਮਾਤਮਾ ਹੈ। ਇਹ ਸਮਝ ਆ ਜਾਂਦੀ ਕਿ ਸਾਡੀ ਪ੍ਰਤਪਾਲਨਾ ਕੋਈ ਬ੍ਰਹਮਾ ਨਹੀਂ ਕਰ ਰਿਹਾ, ਕੋਈ ਵਿਸ਼ਨੂੰ ਨਹੀਂ ਕਰ ਰਿਹਾ, ਕੋਈ ਸ਼ਿਵ ਜੀ ਨਹੀਂ ਕਰ ਰਿਹਾ, ਜਾਂ ਕੋਈ ਦੁਨੀਆਦਾਰ ਬੰਦਾ ਨਹੀਂ ਸਾਡੀ ਪ੍ਰਤਪਾਲਨਾ ਕਰਦਾ ਪਿਆ। ਸਾਡੀ ਪ੍ਰਤਪਾਲਨਾ ਕਰਦਾ ਹੈ ਪਰਮੇਸ਼ਰ ਆਪ, ਵਾਹਿਗੁਰੂ। ਸਾਡੀ ਇਕੱਲਿਆਂ ਦੀ ਨਹੀਂ, ਉਹ ਗੁਰੂ ਰਾਹੀਂ ਸਮਝ ਇਹ ਆ ਜਾਂਦੀ ਹੈ ਕਿ ਜਿਹੜੇ ਪੱਥਰਾਂ ਵਿੱਚ ਵੀ ਜੀਵ ਨੇ ਉਹਨਾਂ ਦੀ ਸੰਭਾਲ ਵੀ ਉਹੀ ਕਰਦਾ। ਗੁਰੂ ਰਾਹੀਂ ਇਹ ਸਮਝ ਆ ਜਾਂਦੀ ਹੈ ਕਿ ਜੋ ਕੁਝ ਪਰਮਾਤਮਾ ਨੇ ਜੀਵ ਪੈਦਾ ਕੀਤੇ ਹੈ, ਇਹਨਾਂ ਨੂੰ ਪੈਦਾ ਕਰਕੇ ਸੰਭਾਲ ਕਰਨ ਵਾਲਾ ਵੀ ਉਹ ਆਪ ਹੀ ਹੈ। ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ। ਪ੍ਰਤਪਾਲੈ ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਇਹ ਸਮਝ ਆ ਜਾਂਦੀ ਹੈ ਕਿ ਸਾਰੇ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਪਰਮਾਤਮਾ ਹੀ ਇੱਕ ਹੈ ਜਿਹੜਾ ਸਭ ਦੀ ਪ੍ਰਤਪਾਲਨਾ ਕਰਨ ਵਾਲਾ। ਇਹ ਵੀ ਗੁਰੂ ਰਾਹੀਂ ਸਮਝ ਆਉਂਦੀ ਹੈ। ਸਦ ਜੀ ਸੰਗ ਰਖਵਾਲਾ, ਇਹ ਸਮਝ ਆ ਜਾਂਦੀ ਗੁਰੂ ਦੇ ਰਾਹੀਂ ਕਿ ਹਰ ਵੇਲੇ ਸਾਡੀ ਜਿੰਦ ਦਾ ਰਖਵਾਲਾ ਪ੍ਰਭੂ ਪਰਮਾਤਮਾ ਆਪ ਹੀ ਹੈ। ਹਰ ਦਿਨ ਰੈਣ ਕੀਰਤਨ ਗਾਈਐ। ਫਿਰ ਗੁਰੂ ਰਾਹੀਂ ਇੱਕ ਹੋਰ ਸਮਝ ਆ ਜਾਂਦੀ ਹੈ ਕਿ ਦਿਨ ਰਾਤ ਉਹਦੀ ਕੀਰਤੀ ਕਰਨੀ ਚਾਹੀਦੀ, ਦਿਨ ਰਾਤ ਉਹਦੀ ਵਡਿਆਈ ਕਰਨੀ ਚਾਹੀਦੀ ਹੈ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਊਠਤ ਬੈਠਤ ਹਰ ਹਰ ਧਿਆਈਐ, ਮਾਰਗ ਚਲਤ ਹਰੇ ਹਰ ਗਾਈਏ। ਇਹ ਸਮਝ ਆ ਜਾਂਦੀ ਹੈ ਕਿ ਭਾਈ ਹਰ ਵੇਲੇ ਦਿਨ ਰਾਤ ਉਸ ਪ੍ਰਭੂ ਦੀ ਕੀਰਤੀ, ਕੀਰਤਨ ਦਾ ਅਰਥ ਹੈ ਕੀਰਤੀ, ਸਿਫਤ ਸਲਾਹ ਕਰਦੇ ਰਹਿਣਾ ਚਾਹੀਦਾ ਹੈ। ਇਹ ਕਰਨ ਦੇ ਨਾਲ ਇੱਕ ਹੋਰ ਕਿਰਪਾ ਵਰਤ ਜਾਂਦੀ ਹੈ, ਬਹੁੜ ਨ ਜੂਨੀ ਪਾਈਐ। ਜੇ ਪ੍ਰਭੂ ਦੀ ਕੀਰਤੀ ਕਰਾਂਗੇ ਉਹਦੇ ਬਦਲੇ ਵਿੱਚ ਮਿਲੇਗਾ ਕਿ ਜੂਨਾਂ ਤੋਂ ਛੁਟਕਾਰਾ ਮਿਲ ਜਾਏਗਾ। ਤੋ ਸਾਹਿਬ ਕਿਰਪਾ ਕਰਦੇ ਨੇ ਸ਼ਬਦ ਦੇ ਆਖਰੀ ਚੌਥੇ ਬੰਦ ਵਿੱਚ, ਜਿਸ ਦੇਵੈ ਪੁਰਖ ਵਿਧਾਤਾ। ਇਹ ਜਿਹੜੀ ਦਾਤ ਹੈ ਨਾ, ਉਹ ਵਿਧਾਤਾ, ਜੀਵਾਂ ਦੀ ਪੈਦਾਇਸ਼ ਕਰਨ ਵਾਲਾ, ਸੰਭਾਲ ਕਰਨ ਵਾਲਾ, ਪਾਲਣਾ ਕਰਨ ਵਾਲਾ। ਭਈ ਇਹ ਦਾਤ ਜਿਹਨੂੰ ਦੇ ਦੇਵੇ, ਕਿਹੜੀ ਦਾਤ? ਨਾਮ ਦੀ ਦਾਤ, ਆਪਣੀ ਵਡਿਆਈ ਸਿਫਤ ਜਿਸ ਜੀਵ ਨੂੰ ਭਈ ਦੇ ਦਿੰਦਾ ਹੈ ਨਾ, ਹਰ ਰਸ ਤਿੰਨ ਹੀ ਜਾਤਾ। ਇਹ ਫਿਰ ਉਹ ਰਸ ਨੂੰ ਉਹੀ ਜੀਵ ਜਾਣ ਸਕਦਾ ਹੈ। ਜਿਵੇਂ ਸਾਹਿਬ ਦੇ ਬਚਨ ਨੇ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਵੀ ਇਹ ਰਸ ਤਾਂ ਉਹੀ ਜਾਣਦਾ ਹੈ ਨਾ, ਜਿਸ ਬੰਦੇ ਨੇ ਮਠਿਆਈ ਖਾਧੀ ਹੈ, ਜਿਸ ਬੰਦੇ ਨੇ ਮਿੱਠਾ ਖਾਧਾ ਹੈ, ਸ਼ੱਕਰ ਖਾਧਾ, ਗੁੜ ਖਾਧਾ, ਇਹ ਤਾਂ ਉਹੀ ਉਹਦੇ ਸਵਾਦ ਨੂੰ ਜਾਣ ਸਕਦਾ ਹੈ ਨਾ। ਸਤਿਗੁਰਾਂ ਦੀ ਬਾਣੀ ਵਿੱਚ ਪ੍ਰਮਾਣ ਦਿੱਤੇ ਗਏ ਨੇ ਇਸ ਤਰ੍ਹਾਂ ਦੇ ਕਿ ਜਿਵੇਂ ਗੂੰਗੇ ਬੰਦੇ ਨੂੰ ਕੋਈ ਚੀਜ਼ ਖਵਾਈਏ, ਉਹਨੂੰ ਸਵਾਦ ਪੁੱਛੀਏ ਤੇ ਉਹ ਦੱਸ ਨਹੀਂ ਸਕਦਾ, ਕੇਵਲ ਆਪਣੀਆਂ ਤਨ ਦੀਆਂ ਹਰਕਤਾਂ ਦੇ ਰਾਹੀਂ ਤਾਂ ਸ਼ੋਅ ਕਰ ਸਕਦਾ ਹੈ, ਪਰ ਵੈਸੇ ਬੋਲ ਕੇ ਕੁਝ ਨਹੀਂ ਕਹਿ ਸਕਦਾ। ਇਸੇ ਤਰ੍ਹਾਂ ਜਿਹੜੇ ਨਾਮ ਰਸੀਏ ਨੇ, ਉਹ ਆਪਾਂ ਨੂੰ ਕੋਈ ਬੋਲ ਕੇ ਦੱਸਣ ਵੀ ਇਹਦਾ ਕੀ ਸਵਾਦ ਹੈ, ਕੀ ਰਸ ਹੈ, ਬੋਲ ਕੇ ਤਾਂ ਕੁਝ ਨਹੀਂ ਦੱਸ ਸਕਦੇ। ਇੰਨਾ ਕਹਿ ਸਕਦੇ ਨੇ, ਭਾਈ ਉਸ ਪ੍ਰਭੂ ਪਰਮਾਤਮਾ ਦੇ ਨਾਮ ਵਿੱਚ ਜੋ ਆਨੰਦ ਤੇ ਰਸ ਹੈ, ਤੁਸੀਂ ਵੀ ਇੱਧਰਲੇ ਬੰਨੇ ਤੁਰ ਕੇ ਦੇਖ ਲਓ, ਤੁਹਾਨੂੰ ਪਤਾ ਚੱਲ ਜਾਏਗਾ ਕਿ ਉਹ ਰਸ ਤੇ ਉਹ ਆਨੰਦ ਕੀ ਚੀਜ਼ ਹੈ। ਨਾ ਤੇ ਉਹਨੂੰ ਸ਼ਬਦਾਂ 'ਚ ਬਿਆਨ ਕੀਤਾ ਜਾ ਸਕਦਾ ਹੈ, ਨਾ ਉਹਨੂੰ ਬੋਲ ਕੇ ਦੱਸਿਆ ਜਾ ਸਕਦਾ ਹੈ, ਨਾ ਸੁਣਾਇਆ ਜਾ ਸਕਦਾ ਹੈ, ਨਾ ਵਿਖਾਇਆ ਜਾ ਸਕਦਾ ਹੈ। ਉਹ ਤਾਂ ਇੱਕ ਆਪਣੇ ਆਪ ਦੇ ਵਿੱਚ ਆਨੰਦ ਮਨੁੱਖ ਖੁਦ ਲੈ ਕੇ ਹੀ ਮਹਿਸੂਸ ਕਰ ਸਕਦਾ। ਸਾਹਿਬ ਕਹਿੰਦੇ ਹਰ ਰਸ ਤਿੰਨ ਹੀ ਜਾਤਾ। ਤਿੰਨ ਹੀ ਦਾ ਮਤਲਬ ਉਹਨਾਂ ਨੇ ਹੀ ਜਿਨ੍ਹਾਂ ਨੇ ਗੁਰੂ ਨਾਲ ਆਪਣੀ ਸਾਂਝ ਬਣਾ ਲਈ, ਗੁਰੂ ਨੇ ਪਰਮਾਤਮਾ ਨਾਲ ਜੋੜਤਾ, ਪਰਮਾਤਮਾ ਨੇ ਆਪਣੇ ਨਾਮ ਦਾ ਉਹਨਾਂ ਨੂੰ ਰਸ ਦੇ ਦਿੱਤਾ। ਜਮ ਕੰਕਰ ਨੇੜ ਨ ਆਇਆ। ਫਿਰ ਉਹਨਾਂ ਦੇ ਨੇੜੇ ਕਦੀ ਜਮ ਕੰਕਰ ਆ ਸਕਦਾ? ਜਿਹੜੇ ਪਰਮਾਤਮਾ ਨਾਲ ਜੁੜ ਗਏ, ਉਹਦੀ ਵਡਿਆਈ ਕਰਨ ਲੱਗ ਪਏ, ਦਿਨ ਰਾਤ ਉਹਦੀ ਸਿਫਤ ਕਰਨ ਲੱਗ ਪਏ, ਉਹਨਾਂ ਦੇ ਨੇੜੇ ਭਈ ਜਮ ਕਿਵੇਂ ਆ ਸਕਦਾ? ਬਾਣੀ ਵਿੱਚ ਤਾਂ ਇੱਥੋਂ ਤੱਕ ਸਾਹਿਬ ਕਹਿੰਦੇ ਨੇ ਕਿ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਧੂਣਹਿ ਛੁਟੈ ਨਿਕਟ ਨ ਜਾਇਓ। ਦੂਤ ਭਈ ਉੱਥੇ ਜਮ ਦੂਤ ਕਿਵੇਂ ਆ ਸਕਦੇ ਜਿੱਥੇ ਪ੍ਰਭੂ ਪਰਮਾਤਮਾ ਦੀ ਵਡਿਆਈ ਹੋ ਰਹੀ ਹੈ? ਤਾਂ ਸਾਹਿਬ ਕਿਰਪਾ ਕਰਦੇ ਉਹਨਾਂ ਦੇ ਨੇੜੇ ਜਮ ਨਹੀਂ ਆਉਣਗੇ। ਸੁਖ ਨਾਨਕ ਸ਼ਰਣੀ ਪਾਇਆ। ਸਾਹਿਬ ਕਿਰਪਾ ਕਰਦੇ ਨੇ ਭਈ ਗੁਰੂ ਦੀ ਸ਼ਰਨ ਵਿੱਚ ਗਿਆ ਹੋਇਆ ਹੀ ਜ਼ਿੰਦਗੀ ਦੇ ਅੰਦਰ ਖੁਸ਼ੀ, ਖੇੜੇ, ਆਨੰਦ, ਬਖਸ਼ਿਸ਼ ਹੁੰਦੇ ਨੇ। ਅੱਜ ਦੇ ਪਾਵਨ ਪਵਿੱਤਰ ਸ਼ਬਦ ਦਾ ਇਹ ਸਮੁੱਚਾ ਭਾਵ ਸੀ ਕਿ ਗੁਰੂ ਰਾਹੀਂ ਪਰਮਾਤਮਾ ਨਾਲ ਜੁੜਿਆ ਜਾਂਦਾ ਹੈ।
ਉਸ ਪਰਮਾਤਮਾ ਨਾਲ ਜਿਹੜਾ ਹਰ ਵੇਲੇ ਸਾਡੇ ਅੰਗ ਸੰਗ ਹੈ, ਉਹ ਪਰਮਾਤਮਾ ਜਿਹੜਾ ਜਰਰੇ ਜਰਰੇ ਹੈ ਵਿੱਚ ਹੈ, ਉਹ ਪਰਮਾਤਮਾ ਜਿਹਦੇ ਬਾਰੇ ਭਗਤਾਂ ਨੇ ਕਿਹਾ ਹੈ ਕਿ ਸਭੈ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਉਹ ਪਰਮਾਤਮਾ ਜਿਹਦੇ ਬਾਰੇ ਭਗਤਾਂ ਨੇ ਕਿਹਾ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਉਸ ਪ੍ਰਭੂ ਪਰਮਾਤਮਾ ਵਾਹਿਗੁਰੂ ਦੇ ਜੀਵਨ ਨਾਲ ਜੁੜ ਕੇ ਤੇ ਆਪਣੇ ਜੀਵਨ ਨੂੰ ਸਫਲ ਕਰ ਸਕਦਾ ਹੈ। ਲੋਕ ਪਰਲੋਕ ਸਾਡੇ ਵਾਹਿਗੁਰੂ ਪਰਮਾਤਮਾ ਸਵਾਰ ਦਿੰਦਾ ਹੈ। ਸ਼ਬਦ ਵਿਚਾਰ ਕਰਦੇ ਹਾਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੁੱਟਾਂ ਹੋ ਗਈਆਂ। ਸਤਿਗੁਰੂ ਜੀ ਤੇ ਸਾਧ ਸੰਗਤ ਬਖਸ਼ਣ ਯੋਗ ਹੈ। ਅਗਾਂਹ ਵਾਸਤੇ ਸਤਿਗੁਰੂ ਸਮਤ ਬਖਸ਼ਿਸ਼ ਕਰਨ। ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।